ਨੈਕਸਟ ਆਪਣੇ ਕੋਲੇ ਮੈਥਡਸ ਆਫ ਇੰਟੀਗ੍ਰੇਸ਼ਨ। ਤਿੰਨ ਮੈਥਡਸ ਨੇ ਇੰਟੀਗ੍ਰੇਸ਼ਨ ਕਰਨ ਦੇ। ਪਹਿਲਾ ਮੈਥਡ ਹੈ ਇੰਟੀਗ੍ਰੇਸ਼ਨ ਬਾय ਸਬਸਟੀਟਿਊਸ਼ਨ, ਸੈਕੰਡ ਹੈਗਾ ਇੰਟੀਗ੍ਰੇਸ਼ਨ ਬਾय ਪਾਰਟਸ, ਥਰਡ ਹੈਗਾ ਇੰਟੀਗ੍ਰੇਸ਼ਨ ਬਾय ਪਾਰਸ਼ੀਅਲ ਫ੍ਰੈਕਸ਼ਨਸ। ਇਹਦੇ 'ਚ ਸਭ ਤੋਂ ਪਹਿਲਾ ਜਿਹੜਾ ਮੈਥਡ ਹੈ ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ, ਇੰਟੀਗ੍ਰੇਸ਼ਨ ਬਾय ਸਬਸਟੀਟਿਊਸ਼ਨ। ਜਿਹੜੇ ਅਸੀਂ ਕੱਲ ਕੁਐਸਚਨਸ ਕੀਤੇ ਸੀ ਉਹਦੇ 'ਚ ਤੁਸੀਂ ਦੇਖਿਆ ਸੀਗਾ ਵੀ ਅਸੀਂ ਸਿੱਧਾ ਹੀ ਇੰਟੀਗ੍ਰੇਸ਼ਨ ਕੀਤਾ ਸੀਗਾ, ਪਰ ਉਹ ਸਿਰਫ ਉਹਨਾਂ ਫੰਕਸ਼ਨਸ ਦਾ ਅਸੀਂ ਕਰ ਸਕਦੇ ਹਾਂ ਜਿਹੜੇ ਸਟੈਂਡਰਡ ਫਾਰਮ ਦੇ ਵਿੱਚ ਹੈ, ਜਿੰਨਾ ਸਿੱਧਾ ਹੀ ਅਸੀਂ ਫਾਰਮੂਲਾ ਜਾਣਦੇ ਹਾਂ। ਜਾਂ ਤਾਂ ਸਟੈਂਡਰਡ ਫਾਰਮ 'ਚ ਹੈਗੇ ਆ ਜਾਂ ਉਹ ਸਟੈਂਡਰਡ ਫਾਰਮ 'ਚ ਬਦਲੇ ਜਾ ਸਕਦੇ ਆ, ਤਾਂ ਉਹਨਾਂ ਨੂੰ ਅਸੀਂ ਸਿੱਧਾ ਕਰ ਸਕਦੇ ਹਾਂ। ਪਰ integrals of function cannot be obtained directly if they are not in standard form। ਜੇ ਉਹ standard form 'ਚ ਨਹੀਂ ਹੈਗੇ ਤਾਂ ਉਹਨਾਂ ਨੂੰ directly ਅਸੀਂ ਨਹੀਂ ਕਰ ਸਕਦੇ। But some functions may reduce to standard form by using proper substitution। Substitution करके ਅਸੀਂ value put करके कोई ਉਹਦੀ ਉਹ ਅਸੀਂ ਉਹਨਾਂ ਨੂੰ standard form 'ਚ ਲਿਆ ਸਕਦੇ ਹਾਂ। The method of evaluating an integral by reducing it to standard form by proper substitution is called integration by substitution। ਇਸੇ ਮੈਥਡ ਨੂੰ ਅਸੀਂ ਇੰਟੀਗ੍ਰੇਸ਼ਨ ਬਾय ਸਬਸਟੀਟਿਊਸ਼ਨ ਕਹਿੰਦੇ ਆ, ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਸਬਸਟੀਟਿਊਸ਼ਨ ਕਰਦੇ ਹਾਂ। ਉਹ ਸਬਸਟੀਟਿਊਸ਼ਨ ਦੀ ਹੈਲਪ ਨਾਲ ਤਾਂ ਇੰਟੀਗਰਲ ਹੈਗਾ ਜਿਹੜਾ ਫੰਕਸ਼ਨ ਹੈਗਾ ਉਹ ਸਟੈਂਡਰਡ ਫਾਰਮ ਦੇ ਵਿੱਚ ਆ ਜਾਂਦਾ ਹੈ। ਜਿਵੇਂ ਇਹਦੇ 'ਚ ਪਹਿਲਾ ਟਾਈਪ ਹੈ ਇੰਟੀਗਰਲ ਆਫ ਦਾ ਫਾਰਮ f ax plus b dx। f ax plus b, ਇਹਦੇ 'ਚ ax plus b ਵੱਲ ਖਿਆਲ ਕਰੋ। ਇਹ ਇੱਕ ਲੀਨੀਅਰ ਐਕਸਪ੍ਰੈਸ਼ਨ ਹੈ, x ਦੇ ਪਾਵਰ 'ਚ 1 ਹੋਣੀ ਚਾਹੀਦੀ, ਇੱਕ ਤੋਂ ਜ਼ਿਆਦਾ ਪਾਵਰ ਹੋਏਗੀ ਤਾਂ ਆਹ ਚੀਜ਼ ਨਹੀਂ ਲਿਖਣੀ। ਇਹਦਾ ਇੰਟੀਗ੍ਰੇਸ਼ਨ ਦੇਖੋ ਕੀ ਹੁੰਦਾ ਹੈ। ਅਸੀਂ ਜਾਣਦੇ ਹਾਂ, ਜੇ ਸਾਨੂੰ ਪਤਾ ਹੋਵੇ ਵੀ ਇੰਟੀਗ੍ਰੇਸ਼ਨ ਆਫ fx equals to phi x ਹੈ, ਉਸੇ fx ਦੇ ਵਿੱਚ x ਦੀ ਥਾਂ ਤੇ ਜੇ ਸਾਡੇ ਕੋਲ ax plus b ਹੋਵੇ, ਯਾਨੀ f ax plus b ਹੋਵੇ, ਤਾਂ ਉਹਦਾ ਇੰਟੀਗ੍ਰੇਸ਼ਨ ਕੀ ਹੋਏਗਾ। ਜਿਵੇਂ fx ਦਾ ਇੰਟੀਗ੍ਰੇਸ਼ਨ phi x ਹੈ, f ax plus b ਦਾ ਇੰਟੀਗ੍ਰੇਸ਼ਨ phi ax plus b ਹੋਏਗਾ, ਪਰ ਨਾਲ ਇੱਕ ਆਹ ਚੀਜ਼ ਲੱਗੇਗੀ 1/a। 1/a ਕੀ ਹੈ, a ਕੀ ਇੱਥੇ x ਦਾ ਕੋਫੀਸ਼ੀਐਂਟ ਹੈ, x ਦਾ ਕੋਫੀਸ਼ੀਐਂਟ ਹੈ a, ਠੀਕ ਹੈ ਕਿ ਨਹੀਂ। ਉਹ ਇੱਥੇ ਬਟੇ 'ਚ ਲੱਗੇਗਾ ਪਲੱਸ c। ਤਾਂ ਇਹਦਾ ਸਾਡੇ ਕੋਲੇ ਫਸਟ ਟਾਈਪ ਹੈ। ਇਹਨੂੰ ਤੁਸੀਂ ਇੱਥੇ ਪ੍ਰੂਫ ਵੀ ਅਸੀਂ ਕੀਤਾ ਹੋਇਆ, ਦੇਖੋ ਆ ਜਿਹੜਾ ਸਾਨੂੰ ਫੰਕਸ਼ਨ ਦਿੱਤਾ ਇਸਨੂੰ ਅਸੀਂ i ਲੈ ਲਿਆ। ਹੁਣ ਅਸੀਂ ਕੀ ਕਰਾਂਗੇ, ਸਬਸਟੀਟਿਊਸ਼ਨ ਕਰਾਂਗੇ। ax plus b ਦੀ ਥਾਂ ਤੇ ਪੁੱਟ ਕਰਿਆ t, let ax plus b equals to t। ਹੁਣ ਇਹਨੂੰ ਡਿਫਰੈਂਸ਼ੀਏਟ ਕਰੀਏ ਦੋਵੇਂ ਪਾਸੇ, ਤਾਂ dax plus b equals to dt ਹੋ ਜਾਏਗਾ। ਦੋਵੇਂ ਪਾਸੇ ਡਿਫਰੈਂਸ਼ੀਏਸ਼ਨ ਕੀਤਾ dax plus b ਦਾ ax plus b ਦਾ ਡਿਫਰੈਂਸ਼ੀਏਸ਼ਨ ਦੇਖੋ, a ਦਾ ਕਾਂਸਟੈਂਟ ਹੈ, a ਬਾਹਰ ਆ ਜਾਊਗਾ, x ਦਾ ਡਿਫਰੈਂਸ਼ੀਏਸ਼ਨ dx, b ਕਿਉਂਕਿ ਕਾਂਸਟੈਂਟ ਆ ਉਹਦਾ ਡਿਫਰੈਂਸ਼ੀਏਸ਼ਨ 0 ਹੋ ਜਾਏਗਾ। ਇਹਦਾ dt ਹੈਗੀ ਹੈ। ਇੱਥੋਂ dx ਦੀ ਵੈਲਿਊ ਫਾਈਂਡ ਕਰ ਲਈਏ, dx ਇਕੁਅਲ ਟੂ ਕੀ ਹੋ ਜਾਏਗਾ, dt ਅਪੋਨ a। ਆ ਜਿਹੜਾ a ਹੈ ਇੱਧਰ ਆ ਕੇ ਡਿਵਾਈਡ ਹੋ ਜਾਏਗਾ ਹੇਠਾਂ, ਠੀਕ ਹੈ ਨਾ। ਇਹਨੂੰ ਡਿਵਾਈਡ ਕਰਤਾ dx ਇਕੁਅਲ ਟੂ dt ਅਪੋਨ a। ਹੁਣ ਜਿਹੜਾ ਫਸਟ ਸਾਡਾ ਸੀਗਾ ਜਿਹੜਾ ਇੰਟੀਗਰਲ ਜਿਹਦੀ ਅਸੀਂ ਇੰਟੀਗ੍ਰੇਸ਼ਨ ਫਾਈਂਡ ਕਰਨੀ ਸੀ, ਉਹਨੂੰ ਅਸੀਂ ਲਿਖਿਆ, ਦੇਖੀਏ ਕੀ ਬਣ ਗਿਆ ਉਹ i ਇਕੁਅਲ ਟੂ, ਕਿਉਂਕਿ ਅਸੀਂ ax plus b ਦੀ ਥਾਂ ਤੇ t ਲਿਆ ਤਾਂ ਇਹ f ax plus b ਦੀ ਥਾਂ ਤੇ ਬਣ ਜਾਏਗਾ ft, ਤੇ dx ਦੀ ਥਾਂ ਤੇ dx ਦੀ ਵੈਲਿਊ ਪੁੱਟ ਕਰ ਦਾਂਗੇ dt ਅਪੋਨ a, ਠੀਕ ਹੈ ਨਾ। ਇਹਦੇ ਚੋਂ ਆ a ਕਾਂਸਟੈਂਟ ਨੂੰ ਬਾਹਰ ਕੱਢ ਲਿਆ 1/a। ਇਹ ਹੁਣ ਕੀ ਬਣ ਗਿਆ ft dt। ਹੁਣ fx ਦਾ ਕਿਉਂਕਿ ਡਿਫਰੈਂਸ਼ੀਏਸ਼ਨ phi x ਸੀਗਾ ਤਾਂ ft ਦਾ ਡਿਫਰੈਂਸ਼ੀਏਸ਼ਨ ਕੀ ਹੋ ਜਾਏਗਾ phi t, ਠੀਕ ਹੈ ਨਾ। ਇਹ 'ਚ t ਦੀ ਵੈਲਿਊ ਦੁਬਾਰਾ ਸਬਸਟੀਟਿਊਟ ਕਰ ਦਾਂਗੇ ax plus b plus c, ਠੀਕ ਹੈ ਕਿ। ਸੋ ਆ ਇਸ ਮੈਥਡ ਨੂੰ ਕਹਿੰਦੇ ਸਬਸਟੀਟਿਊਸ਼ਨ ਮੈਥਡ ਆਫ ਇੰਟੀਗ੍ਰੇਸ਼ਨ ਬਾय ਸਬਸਟੀਟਿਊਸ਼ਨ, ਠੀਕ ਹੈ ਕਿ ਨਹੀਂ। ਇਹਦੇ 'ਚ ਹੁਣ ਇੱਕ ਰਿਜ਼ਲਟ ਬਣਾ ਲਿਆ, ਇਸ ਰਿਜ਼ਲਟ ਨੂੰ ਅਸੀਂ ਅਪਲਾਈ ਸਿੱਧਾ ਵੀ ਕਰ ਸਕਦੇ ਹਾਂ ਤੇ ਇਹਨੂੰ ਅਸੀਂ ਇਸ ਤਰੀਕੇ ਨਾਲ ਸਬਸਟੀਟਿਊਸ਼ਨ ਕਰਕੇ ਵੀ ਕਰ ਸਕਦੇ। ਇੱਕ ਐਗਜ਼ਾਮਪਲ ਲੈ ਲਈਏ ਵੀ ਕਿਸ ਤਰੀਕੇ ਨਾਲ f ax plus b ਨਾਲ ਸ਼ਾਇਦ ਤੁਹਾਨੂੰ ਨਾ ਸਮਝ ਲੱਗੀ ਹੋਵੇ। ਤੁਹਾਨੂੰ ਪਤਾ ਹੈ ਸਾਈਨ x ਦਾ ਇੰਟੀਗ੍ਰੇਸ਼ਨ ਕੀ ਹੁੰਦਾ, ਮਾਈਨਸ ਪਲੱਸ c ਆਪਾਂ ਗੱਲ ਕੀਤੀ ਹੈ ਨਾ। ਤੇ ਜੇ ਸਾਈਨ x ਦੀ ਥਾਂ ਤੇ ਸਾਡੇ ਕੋਲੇ ਹੁੰਦਾ ਸਾਈਨ ax plus b, x ਦੀ ਥਾਂ ਤੇ ax plus b dx, ਤਾਂ ਇਹਦਾ ਇੰਟੀਗ੍ਰੇਸ਼ਨ ਕੀ ਆਉਣਾ ਚਾਹੀਦਾ ਉਸ ਫਾਰਮੂਲੇ ਦੇ ਹਿਸਾਬ ਨਾਲ 1/a ਮਾਈਨਸ 1/a ਸਾਈਨ x ਦਾ ਜੋ ਇੰਟੀਗ੍ਰੇਸ਼ਨ ਹੁੰਦਾ ਉਹੀ ਇੱਥੇ ਆ ਜਾਊਗਾ cos
ए एक्स प्लस बी साइन एक्स का माइनस कॉस एक्स होंगे तो साइन ए एक्स प्लस बी का आ जाऊगा कॉस ए एक्स प्लस बी नाल बस आ चीज़ होनी है 1/a प्लस सी ये किमें आंदा आप करके देख लेंगे भला भी इनू असीं की करते हैं लैट ए एक्स प्लस बी इक्वल्स टू टी लैनी ठीक है ਹੁਣ ਇਹਨੂੰ ਜਦੋਂ ਅਸੀਂ ਡਿਫਰੈਂਸ਼ੀਏਟ ਕਰਾਂਗੇ ਤਾਂ ਇਹ ਆ ਜਾਊਗਾ a dx ਇਕੁਅਲ ਟੂ b ਦਾ ਡਿਫਰੈਂਸ਼ੀਏਸ਼ਨ 0 ਇਕੁਅਲਸ ਟੂ dt ਇਹਦਾ ਮਤਲਬ dx ਇਕੁਅਲਸ ਟੂ dt ਬਾਏ a ਆ ਜਾਊਗਾ ਇਹਦੀ ਵੈਲਿਊ ਇਹਦੇ ਚ ਸਬਸਟੀਟਿਊਟ ਕਰ ਦੇਣਾ ਜਿਹੜਾ ਸਾਡੇ ਕੋਲ ਕੁਐਸਚਨ ਸੀ i ਸੀਗਾ ਇਹਨੂੰ ਅਸੀਂ i ਲੈ ਲੈਂਦੇ ਹਾਂ ਤੇ ਆ ਜਾਏਗਾ sin ax ਦੀ ਥਾਂ ਤੇ ਅਸੀਂ t ਲੈ ਲਿਆ sin t dt ਦੀ ਥਾਂ ਤੇ ਆ ਜਾਊਗਾ dx ਦੀ ਥਾਂ ਤੇ ਆ ਜਾਊਗਾ dt ਬਾਏ a ਠੀਕ ਹੈ ਤਾਂ 1/a ਬਾਹਰ ਆ ਗਿਆ ਇੰਟੀਗ੍ਰੇਸ਼ਨ ਆਫ sin t ਵਿਦ ਰਿਸਪੈਕਟ ਟੂ t ਠੀਕ ਹੈ ਨਾ ਇਹ ਹੁੰਦਾ ਜਿਵੇਂ sin x ਦਾ ਹੁੰਦਾ ਉਵੇਂ sin a ਦਾ ਹੋਵੇਗਾ ਯਾਨੀ 1/a ਤਾਂ ਬਾਹਰ ਹੈਗਾ ਹੀ ਹੈ sin x ਦਾ ਡਿਫਰੈਂਸ਼ੀਏਸ਼ਨ cos x ਹੁੰਦਾ ਤਾਂ sin t ਦਾ cos t ਹੋ ਜਾਏਗਾ ਠੀਕ ਹੈ ਮਾਈਨਸ ਦਾ ਬਾਹਰ ਹੈਗਾ ਪਲੱਸ c ਹੁਣ t ਦੀ ਦੁਬਾਰਾ ਵੈਲਿਊ ਪੁੱਟ ਕਰਾਂਗੇ ਤਾਂ 1/a cos ax plus b plus c ਹੋ ਗਿਆ t ਤੇ ਛੱਡ ਨਹੀਂ ਦੇਣਾ t ਅਸੀਂ ਆਪਦੇ ਵੱਲੋਂ ਲਿਆ ਸੀ ਆਪਦੇ ਵੱਲੋਂ ਸਬਸਟੀਟਿਊਸ਼ਨ ਕਰਿਆ ਸੀ ਇੱਥੇ ਅਸੀਂ ਕੋਈ ਆਨਸਰ ਨਹੀਂ ਲਿਖ ਦੇਣਾ ਇਹਨੂੰ ਇਹਦੀ ਥਾਂ ਤੇ ਦੁਬਾਰਾ ਵੈਲਿਊ ਪੁੱਟ ਕਰਾਂਗੇ t ਦੀ ਫਿਰ ਆਨਸਰ ਆਏਗਾ ਠੀਕ ਹੈ ਸੋ ਆ ਉਹੀ ਚੀਜ਼ ਬਣ ਗਈ ਨਾ ਵੀ ਜੇ ਸਾਨੂੰ ਇਹਦਾ sin x ਦੀ ਵੈਲਿਊ ਪਤਾ ਹੈ ਤਾਂ sin ax plus b ਦੀ ਜਿਹੜੀ ਵੈਲਿਊ ਅਸੀਂ ਫਾਈਂਡ ਕਰ ਸਕਦੇ ਹਾਂ ਸਿਰਫ ਉਹਦੇ 'ਚ ਕਰਨਾ ਕੀ ਹੈ ਉਹਦਾ ਜੋ sin x ਦਾ ਜੋ ਇੰਟੀਗ੍ਰੇਸ਼ਨ ਸੀਗਾ cos x ਤਾਂ sin ax plus b ਦਾ ਇੰਟੀਗ੍ਰੇਸ਼ਨ ਹੋ ਜਾਏਗਾ cos ax plus b ਬਸ ਫਰਕ ਕੀ ਪਊਗਾ ਨਾਲ 1/x ਦਾ ਜੋ ਕੋਫੀਸ਼ੀਐਂਟ ਆ ਉਹ ਡਿਵਾਈਡ ਹੋਏਗਾ ਇੱਥੇ 1/, ਉਹ ਲੱਗੇਗਾ ਜਿਵੇਂ x ਦਾ ਕੋਫੀਸ਼ੀਐਂਟ a ਹੈ ਤਾਂ a ਲੱਗੇਗਾ ਜੋ ਵੀ ਇੱਥੇ x ਦਾ ਕੋਫੀਸ਼ੀਐਂਟ ਹੋਏਗਾ ਉਹ ਇੱਥੇ ਡਿਵੀਜ਼ਨ 'ਚ ਆਏਗਾ ਠੀਕ ਹੈ ਨਾ ਆਹੀ ਚੀਜ਼ ਹੈ ਸੀਗਾ ਇਹ ਉਹਦਾ ਹੀ ਸਮਝ ਲਓ ਤੁਸੀਂ ਦੇਖੋ ਚੇਨ ਰੂਲ ਦਾ ਹੀ ਉਲਟਾ ਹੈ ਚੇਨ ਰੂਲ 'ਚ ਜਦੋਂ ਅਸੀਂ ਡਿਫਰੈਂਸ਼ੀਏਸ਼ਨ ਕਰਦੇ ਸੀ ਤਾਂ ਕੀ ਹੁੰਦਾ ਸੀਗਾ sin ax plus b ਦਾ ਡਿਫਰੈਂਸ਼ੀਏਸ਼ਨ ਹੋ ਜਾਂਦਾ ਸੀ cos ax plus b ਫਿਰ ਇਹਦਾ ਡਿਫਰੈਂਸ਼ੀਏਸ਼ਨ a ਮਲਟੀਪਲਾਈ ਹੋ ਜਾਂਦਾ ਹੁਣ ਉੱਥੇ ਮਲਟੀਪਲਾਈ ਹੁੰਦਾ ਤਾਂ ਇੱਥੇ ਉਹਦਾ ਉਲਟਾ ਹੋਏਗਾ ਡਿਵਾਈਡ ਹੋਏਗਾ ਠੀਕ ਹੈ ਕਿ ਬਸ ਇਹੀ ਉਹਦੇ ਨਾਲ ਫਰਕ ਹੈ ਨਾ ਆਪਾਂ ਕਹਿੰਦੇ ਸੀ ਉਲਟਾ ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਇੱਕ ਦੂਸਰੇ ਦੇ ਕੀ ਨੇ ਆਪੋਜ਼ਿਟ ਨੇ ਇਨਵਰਸ ਪ੍ਰੋਸੈਸ ਨੇ ਦੋਨੇ ਹੈ ਨਾ ਤਾਂ ਜੇ ਉੱਥੇ a ਮਲਟੀਪਲਾਈ ਹੁੰਦਾ ਸੀ ਤਾਂ ਇੱਥੇ a ਡਿਵਾਈਡ ਹੁੰਦਾ ਬਸ ਉਹਨਾਂ ਹੀ ਫਰਕ ਹੈ ਇਸ ਚੀਜ਼ ਨੂੰ ਸਾਰੀਆਂ ਚੀਜ਼ਾਂ ਨਾਲ ਰਿਲੇਟ ਕਰਕੇ ਜਦੋਂ ਅਸੀਂ ਸਮਝਾਂਗੇ ਫਿਰ ਸਾਨੂੰ ਕੋਈ ਨਾ ਕੋਈ ਗੱਲ ਇਹਨਾਂ ਤੋਂ ਯਾਦ ਰਹੇ ਜਦੋਂ ਭੁੱਲੇਗੀ ਠੀਕ ਹੈ ਹੁਣ ਆਪਾਂ ਅੱਗੇ ਇਹਨਾਂ ਦੇ ਦੇਖੋ ਜਿਹੜੇ ਅਸੀਂ ਫਾਰਮੂਲੇ ਕੱਲ ਪੜ੍ਹੇ ਸੀਗੇ ਉਹ ਵਾਲੇ ਫਾਰਮੂਲੇ ਹੁਣ ਅਸੀਂ ਨਵੇਂ ਤਰੀਕੇ ਨਾਲ ਲਿਖਦੇ ਹਾਂ ਉਹਨਾਂ ਨੂੰ ਦੇਖੋ ਕੱਲ ਅਸੀਂ ਪੜ੍ਹਿਆ ਸੀ x to the power n ਦਾ ਇੰਟੀਗ੍ਰੇਸ਼ਨ ਉਹ ਸੀਗਾ x ਦੀ ਪਾਵਰ n plus 1/n plus 1 ਹੈ ਨਾ ਹੁਣ ਜੇ ax plus b ਦੀ ਪਾਵਰ n ਹੋਵੇ ਤਾਂ ਜਿਵੇਂ x ਦੀ ਪਾਵਰ n ਦਾ ਇੰਟੀਗ੍ਰੇਸ਼ਨ ਸੀ ਉਸੇ ਤਰ੍ਹਾਂ ਹੀ ਹੋਏਗਾ ax plus b ਦੀ ਪਾਵਰ n plus 1/n plus 1 ਨਾਲ ਕੀ ਆਏਗਾ 1/, ਕੋਫੀਸ਼ੀਐਂਟ ਆਫ x ਦਾ ਕੋਫੀਸ਼ੀਐਂਟ ਜਿਹੜਾ a ਆ ਉਹ 1/, ਦੇ ਵਿੱਚ ਇੱਥੇ ਇਸ ਤਰ੍ਹਾਂ ਆ ਜਾਊਗਾ ਠੀਕ ਹੈ ਕਿ ਨਹੀਂ ਬਾਕੀ ਸਾਰਾ ਉਵੇਂ ਹੀ ਚੱਲਣਾ ਹੈ ਆ ਦੇਖੋ ਆ ਸਾਰਾ फंक्शन उस तरीके है x की पावर n plus 1/n plus 1 से इतने ax plus b की पावर n plus 1/n plus 1 नाल बस आही फर्क पिया भी 1/a जो आएगा प्लस c आना ही आना कोफिशिएंट ऑफ इंटीग्रेशन है ना इतने n की वैल्यू -1 नहीं होनी चाहिए -1 होगी तो 1/ax plus b बन जाएगा वह इंटीग्रेशन थोड़ा पता log x होंगे है log वाला फॉर्मूला लगता सिर्फ -1 तो बिना बाकी सारे n लिए यही लगता ਜਦੋਂ -1 ਹੁੰਦਾ ਫਿਰ ਇਹ 1/, ਆ ਚੀਜ਼ ਬਣ ਜਾਂਦੀ ਫਿਰ ਇਹਦਾ ਇੰਟੀਗ੍ਰੇਸ਼ਨ ਸਾਨੂੰ ਪਤਾ ਲੱਗਦਾ 1/x dx ਦਾ ਇੰਟੀਗ੍ਰੇਸ਼ਨ ਕੀ ਸੀਗਾ ਕੱਲ ਯਾਦ ਕਰੋ log x ਸੀਗਾ ਹੁਣ ਇਹਦੇ ਨਾਲ ਕੀ ਲੱਗੂਗਾ 1/a ਕੀ ਸਾਰਾ ਇਸੇ ਤਰ੍ਹਾਂ e to the power x ਸੀਗਾ ਉਹਦਾ ਇੰਟੀਗ੍ਰੇਸ਼ਨ e ਦੀ ਪਾਵਰ x ਸੀਗਾ ਇੱਥੇ e ਦੀ ਪਾਵਰ ax plus b ਦਾ ਇੰਟੀਗ੍ਰੇਸ਼ਨ ਕੀ ਹੋ ਜਾਏਗਾ e ਦੀ ਪਾਵਰ ax plus b ਹੀ ਹੋਏਗਾ ਨਾਲ 1/a ਇਸੇ ਤਰ੍ਹਾਂ a to the power bx plus c ਹੋਵੇ ਤਾਂ ਇਹਦਾ ਇੰਟੀਗ੍ਰੇਸ਼ਨ ਅਸੀਂ ਕੱਲ ਯਾਦ ਕਰਿਆ ਸੀ a ਦੀ ਪਾਵਰ x ਦਾ ਇੰਟੀਗ੍ਰੇਸ਼ਨ a ਦੀ ਪਾਵਰ x upon log a ਸੀਗਾ ਨਾਲ 1/, ਆ ਲੱਗੂਗਾ 1/, ਦਾ ਕੋਫੀਸ਼ੀਐਂਟ ਆਫ x 1/b ਆ ਜਾਊਗਾ ਕਿਉਂਕਿ ਅਸੀਂ ਇੱਥੇ b ਲਿਆ ਹੋਇਆ b ਕਿਉਂ ਲਿਆ ਕਿਉਂਕਿ a ਪਹਿਲਾਂ ਹੀ ਹੇਠਾਂ ਸਾਡੇ ਕੋਲ ਇਸੇ ਤਰ੍ਹਾਂ sin ax plus b ਦਾ ਹੁਣੇ ਆਪਾਂ ਪ੍ਰੈਕਟੀਕਲੀ ਕਰਕੇ ਦੇਖ ਲਿਆ -1/a cos ax plus b plus c ਹੋ ਜਾਏਗਾ ਇਸੇ ਤਰ੍ਹਾਂ cos ax plus b ਦਾ 1/a sin ax plus b plus c ਹੋ ਜਾਏਗਾ ਇਸੇ ਤਰ੍ਹਾਂ tan ax plus b ਦਾ
ਇਸੇ ਤਰ੍ਹਾਂ cot ਦਾ ਸਾਰਿਆਂ ਦੇ ਵਿੱਚ ਆ 1/a ਮੂਰੇ ਲੱਗ ਰਿਹਾ ਜੀ। ਇਸੇ ਤਰ੍ਹਾਂ cosec ਦੇ ਵਿੱਚ ਵੀ 1/, ਲੱਗੇਗਾ, sec ਸਕੁਅਰ ਦੇ ਵਿੱਚ ਵੀ 1/x 1/a tan ax plus b ਪਲੱਸ ਹੀ ਹੋ ਜਾਏਗਾ, ਹੈ ਨਾ। ਇਸੇ ਤਰ੍ਹਾਂ cosec ਸਕੁਅਰ ਦੇ ਵਿੱਚ sec x tan x ਦੇ ਵਿੱਚ cosec x cot x ਦੇ ਵਿੱਚ ਸਭ ਦੇ ਫਾਰਮੂਲੇ ਉਸੇ ਦੇ ਅਕੋਰਡਿੰਗਲੀ ਅਸੀਂ ਚੇਂਜ ਕਰ ਲਏ। ਹੁਣ ਚਾਹੇ ਤਾਂ ਅਸੀਂ ਇਹ ਫਾਰਮੂਲੇ ਯੂਜ਼ ਕਰ ਲਈਏ, ਚਾਹੇ ਅਸੀਂ ਜਿਵੇਂ ਸਬਸਟੀਟਿਊਸ਼ਨ ਨਾਲ ਮੈਂ ਤੁਹਾਨੂੰ ਕਰਕੇ ਦਿਖਾਇਆ ਸੀਗਾ sin ax plus b ਦਾ, ਉਸ ਤਰੀਕੇ ਨਾਲ ਸਬਸਟੀਟਿਊਸ਼ਨ ਨਾਲ ਕਰ ਲਈਏ, ਸਾਡੀ ਮਰਜ਼ੀ ਹੈ। ਜਦੋਂ ਇੱਥੇ ਲੀਨੀਅਰ ਐਕਸਪ੍ਰੈਸ਼ਨ ਹੋਏਗਾ, ਯਾਦ ਰੱਖਣਾ ਹੋਰ ਕੋਈ ਐਕਸਪ੍ਰੈਸ਼ਨ ਨਹੀਂ ਹੋਣਾ ਚਾਹੀਦਾ। ਲੀਨੀਅਰ ਐਕਸਪ੍ਰੈਸ਼ਨ ਦਾ ਮਤਲਬ ਜਿਹੜਾ ਇਹਦੇ ਚ ਵੇਰੀਏਬਲ ਹੈ x ਹੈ, ਚਾਹੇ y ਹੈ, ਚਾਹੇ t ਹੈ, ਉਹਦੀ ਪਾਵਰ 1 ਹੀ ਹੋਣੀ ਚਾਹੀਦੀ ਹੈ, 1 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਠੀਕ ਹੈ ਕਿ ਨਹੀਂ। ਉਦੋਂ ਹੀ ਇਹ ਚੀਜ਼ ਲੱਗੇਗੀ। ਅਦਰਵਾਈਜ਼ ਨਾ ਲਾਈ ਚੱਲਿਓ ਵੀ ਜੀ ਸਾਡੇ ਕੋਲ ਇੱਥੇ ਲਿਖਿਆ ਹੋਵੇ 2x² plus 3 ਤੇ ਅਸੀਂ ਤਾਂ x ਦਾ ਜਿਹੜਾ x ਸਕੁਅਰ ਦਾ ਜਿਹੜਾ ਕੋਐਫੀਸ਼ੀਐਂਟ ਉਹਦੇ ਨਾਲ ਡਿਵਾਈਡ ਕਰੀ ਚੱਲੀਏ, ਉਹ ਕੁਆਡਰੇਟਿਕ ਐਕਸਪ੍ਰੈਸ਼ਨ ਹੋ ਗਿਆ ਜੇ ਪਾਵਰ 2 ਹੋ ਗਈ। ਲੀਨੀਅਰ ਐਕਸਪ੍ਰੈਸ਼ਨ ਹੀ ਹੋਣਾ ਚਾਹੀਦਾ, ਇਸ ਚੀਜ਼ ਦਾ ਖਿਆਲ ਰੱਖਣਾ। ਬਾਕੀ ਨਹੀਂ ਮਿਸਟੇਕ ਹੁੰਦੀ ਇਹਨਾਂ ਸਵਾਲਾਂ 'ਚ, ਇਹਨਾਂ ਮਿਸਟੇਕ ਇਹੀ ਹੁੰਦੀ ਹੈ ਵੀ ਜਦੋਂ ਸਾਨੂੰ ਇੱਥੇ ਕੁਝ ਹੋਰ ਦਿੰਦੇ ਅਸੀਂ ਫਾਰਮੂਲਾ ਆਹੀ ਲਈਏ, ਠੀਕ ਹੈ ਜੀ। ਸੋ ਇਸ ਚੀਜ਼ ਦਾ ਖਾਸ ਖਿਆਲ ਰੱਖਣਾ। ਹੁਣ ਇਹਦੇ ਨਾਲ ਰਿਲੇਟਡ ਆਪਾਂ ਕੁਝ ਐਗਜ਼ਾਮਪਲਸ ਕਰ ਲਈਏ, ਜਿਵੇਂ ਐਗਜ਼ਾਮਪਲ 11 ਫਾਈਂਡ ਦਾ ਫੋਲੋਇੰਗ ਇੰਟੀਗਰਲਸ ਸਕੁਆਇਰ ਰੂਟ ਆਫ ax plus b dx। ਸਕੁਆਇਰ ਰੂਟ ਆਫ ax plus b ਦਾ ਕੀ ਮਤਲਬ ਹੈ, ax plus b ਦੀ ਪਾਵਰ 1/2, ਤਾਂ ਇਹ x ਦੀ ਪਾਵਰ 1/2 ਵਾਲਾ ਫਾਰਮੂਲਾ, x ਦੀ ਪਾਵਰ n ਵਾਲਾ ਫਾਰਮੂਲਾ ਕੀ ਸੀਗਾ, x ਦੀ ਪਾਵਰ n+1/n+1 ਨਾਲ ax plus b ਹੋਣ ਦੀ ਵਜ੍ਹਾ ਨਾਲ ਇੱਥੇ 1/a ਹੋਰ ਆਏਗਾ। ਆਹੀ ਅਸੀਂ ਫਾਰਮੂਲਾ ਉੱਤੇ ਕਰਕੇ ax plus b ਦੀ ਪਾਵਰ n dx ਇਕੁਅਲ ਟੂ ਕੀ ਹੁੰਦਾ, ax plus b ਦੀ ਪਾਵਰ n+1/n+1 into 1/a plus c, ਠੀਕ ਹੈ। ਤਾਂ ਇਹਦੇ ਵਿੱਚ ਇੱਕ ਜੋੜਨਾ, ਤਾਂ ਇਹ ਅੱਧਾ ਸੀਗਾ, ਜੋੜ ਕੇ 1.5 ਹੋ ਗਿਆ, 3/2 ਹੋ ਗਿਆ। ਇਸੇ ਤਰ੍ਹਾਂ ਡਿਵਾਈਡਡ ਬਾਈ 3/2 ਹੋਏਗਾ, ਉੱਤੇ ਜਾ ਕੇ ਉਲਟ ਕੇ ਮਲਟੀਪਲਾਈ ਹੋਏਗਾ। ਸੋ ਆਪਾਂ ਕੱਲ੍ਹ ਇਹਦੇ ਨਾਲ ਤੇ ਬਹੁਤ ਸਾਰੇ ਕੀਤੇ ਸੀਗੇ, ਹੈ ਨਾ। ਨੈਕਸਟ ਹੈਗਾ e ਟੂ ਦਾ ਪਾਵਰ 2x plus 3, ਇਹ ਵੀ e ਦੀ ਪਾਵਰ x ਵਾਲਾ ਫਾਰਮੂਲਾ, e ਦੀ ਪਾਵਰ ax plus b ਵਾਲਾ ਫਾਰਮੂਲਾ, e ਦੀ ਪਾਵਰ ax plus b upon a ਹੋ ਜਾਊਗਾ, ਠੀਕ ਹੈ ਕਿ ਪਲੱਸ c, ਠੀਕ ਹੈ ਨਾ। ਇਸੇ ਤਰ੍ਹਾਂ tan ਸਕੁਆਇਰ 2x ਆਪਾਂ ਕੱਲ੍ਹ ਡਿਸਕਸ ਕੀਤਾ ਵੀ ਜਦੋਂ ਵੀ tan ਸਕੁਆਇਰ ਆਏਗਾ ਅਸੀਂ ਉਹਨੂੰ sec ਸਕੁਆਇਰ -1 ਲਿਖਾਂਗੇ ਪਹਿਲਾਂ ਤੋਂ, ਫਿਰ ਉਹਦਾ ਇੰਟੀਗ੍ਰੇਸ਼ਨ sec ਸਕੁਆਇਰ 2x -1, ਤਾਂ sec ਸਕੁਆਇਰ ਦਾ ਇੰਟੀਗ੍ਰੇਸ਼ਨ ਕੀ ਸੀਗਾ, tan 2x tan x, ਹੈ ਨਾ। ਇੱਥੇ 2x ਦਾ 2x ਆ ਜਾਏਗਾ। ਹੁਣ ਇੱਥੇ 2x ਦਾ 2 ਵੀ ਹੈ ਜਿਹੜਾ ਥੱਲੇ ਡਿਵਾਈਡ ਆ ਵੀ ਤੁਸੀਂ ਦੇਖੋ ਲੀਨੀਅਰ ਐਕਸਪ੍ਰੈਸ਼ਨ ਨਾਲ b ਹੋਣਾ ਜ਼ਰੂਰੀ ਨਹੀਂ ਹਰ ਵਾਰੀ, ਠੀਕ ਹੈ ਕਿ ਵੀ ਨਾਲ b ਵੀ ਕੁਝ ਜ਼ਰੂਰ ਹੋਵੇ। ਆ ਵੀ ਤਾਂ ਲੀਨੀਅਰ ਹੈ, ਤੇ ਇੱਥੇ b ਦੀ ਵੈਲਿਊ 0 ਹੈ, ਠੀਕ ਹੈ ਕਿ ਇਹੀ ਫਰਕ ਹੈ। ਤਾਂ ਇੱਥੇ 2x plus b ਦੀ ਥਾਂ ਤੇ 2x ਇਕੱਲਾ, ਤਾਂ ਇਹਦੇ ਵਿੱਚ ਵੀ ਸਾਨੂੰ ਤਾਂ x ਦਾ ਕੋਐਫੀਸ਼ੀਐਂਟ ਡਿਵੀਜ਼ਨ ਦੇ ਵਿੱਚ ਚਾਹੀਦਾ ਹੁੰਦਾ। ਤਾਂ tan 2x/2 ਤੇ 1 ਦਾ ਇੰਟੀਗ੍ਰੇਸ਼ਨ x plus c, ਠੀਕ ਹੈ ਨਾ। ਇਹਦਾ ਤੁਹਾਨੂੰ ਪਤਾ ਹੀ ਹੈ sec ਸਕੁਆਇਰ ax plus b ਦਾ ਇੰਟੀਗ੍ਰੇਸ਼ਨ ਹੁੰਦਾ ਹੈ 1/a tan ax plus b plus c, ਠੀਕ ਹੈ ਨਾ। ਇਸੇ ਤਰ੍ਹਾਂ sec ਸਕੁਆਇਰ 7 - 4x, ਇਹਦਾ ਹੋ ਜਾਏਗਾ tan 7 - 4x। ਹੁਣ ਇਹਦਾ ਜਿਹੜਾ a ਹੈ ਉਹ ਕਿੰਨਾ ਹੈ, -4x ਦਾ ਕੋਐਫੀਸ਼ੀਐਂਟ -4 ਹੈ, ਡਿਵਾਈਡਡ ਬਾਈ -4 ਪਲੱਸ c ਹੋ ਜਾਏਗਾ। ਤਾਂ -1/4 tan 7 - 4x plus c ਹੋ ਜਾਏਗਾ। ਨੈਕਸਟ ਹੈਗਾ ਸਾਡੇ ਕੋਲ i = ax plus b ਦਾ ਕਿਊਬ ਪਲੱਸ dx, ਇਹ ਹੋ ਗਿਆ x ਦੀ ਪਾਵਰ n ਵਾਲਾ ਫਾਰਮੂਲਾ, ਯਾਨੀ ax plus b ਦੀ ਪਾਵਰ n, ਤੇ ax plus b ਦੀ ਪਾਵਰ n+1 ਯਾਨੀ 4 ਡਿਵਾਈਡਡ ਬਾਈ 4। ਇਹਦੇ ਨਾਲ 1/a ਹੋਰ ਹੋਣਾ ਸੀ, ਉਹ ਲਿਖਿਆ ਨਹੀਂ ਹੋਇਆ, ਉਹਨੂੰ ਲਿਖਣਾ ਸੀ, ਭੁੱਲ ਗਏ ਹੈਗੇ ਤਾਂ ਲਿਖ ਦਿੱਤਾ। ਇਹਦੇ ਨਾਲ 1/a ਹੋਰ ਆਏਗਾ, ਯਾਨੀ 1/4a ਆਊਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਇਹ ਸਵਾਲ ਹੋਣਾ ਸੀ। ਨੈਕਸਟ ਸਾਡੇ ਕੋਲ ਐਗਜ਼ਾਮਪਲ 12 ਫਾਈਂਡ ਇੰਟੀਗ੍ਰੇਸ਼ਨ ਆਫ 1/square root of 2x - 1 minus square root of 2x plus 1 ਹੈ, ਇੱਥੇ 2x - 1, ਤੇ ਇਹ ਤੁਹਾਨੂੰ ਨਜ਼ਰ ਆ ਰਿਹਾ ਹੈ ਇੱਕ ਇਰਰੈਸ਼ਨਲ। ਜਦੋਂ ਵੀ ਇਦਾਂ ਦਾ ਹੁੰਦਾ ਅਸੀਂ ਇਹਨੂੰ ਰੈਸ਼ਨਲਾਈਜ਼ ਕਰਦੇ ਹੁੰਦੇ, ਠੀਕ ਹੈ ਨਾ। ਡਿਫਰੈਂਸ਼ੀਏਸ਼ਨ ਵੇਲੇ ਵੀ ਕਰਦੇ ਰਹੇ ਅਸੀਂ ਪਹਿਲਾਂ ਲਿਮਿਟ ਫਾਈਂਡ ਕਰਦੇ ਸੀ, ਉਦੋਂ ਵੀ ਕਰਦੇ ਸੀਗੇ, ਕੰਟੀਨਿਊਟੀ ਵੇਲੇ ਵੀ ਕਰਦੇ ਸੀਗੇ। ਤਾਂ ਇਹ ਸਾਰੀਆਂ ਇਹ ਉਹੀ ਚੱਲੂਗਾ ਇੱਥੇ ਵੀ ਪ੍ਰੋਸੈਸ, ਠੀਕ ਹੈ ਜੀ। 1/, ਜਦੋਂ ਵੀ ਇੱਦਾਂ ਦਾ ਸਾਡੇ ਕੋਲੇ ਐਕਸਪ੍ਰੈਸ਼ਨ ਆਏਗਾ ਇਹਨੂੰ ਪਹਿਲਾਂ ਅਸੀਂ ਰੈਸ਼ਨਲਾਈਜ਼ ਕਰਾਂਗੇ। ਕਿਵੇਂ?
ਇਹਦੇ ਆਪੋਜ਼ਿਟ ਸਾਈਨ ਨਾਲ ਉੱਪਰ ਥੱਲੇ ਮਲਟੀਪਲਾਈ, ਉੱਪਰ ਤਾਂ ਆਹੀ ਆ ਜਾਊਗਾ, ਹੇਠਾਂ ਇਹਨਾਂ ਦਾ ਮਲਟੀਪਲਾਈ ਕਰੋਗੇ ਤਾਂ a ਸਕੁਆਇਰ ਮਾਈਨਸ b ਸਕੁਆਇਰ ਦੇ ਫਾਰਮੂਲੇ ਨਾਲ ਦੋਹਾਂ ਦਾ ਸਕੁਆਇਰ ਰੂਟ ਹਟ ਜਾਏਗਾ, 2x + 1 ਮਾਈਨਸ 2x ਮਾਈਨਸ 1 ਹੋ ਜਾਏਗਾ। ਬ੍ਰੈਕਟਸ ਜਦੋਂ ਹੇਠਲੇ ਓਪਨ ਕਰਾਂਗੇ 2x + 1 ਮਾਈਨਸ 2x + 1 ਹੋ ਜਾਊਗਾ, 2x ਪਲੱਸ ਦਾ 2x ਮਾਈਨਸ ਦਾ ਕੈਂਸਲ ਹੋ ਜਾਏਗਾ ਆਪਸ 'ਚ, ਠੀਕ ਹੈ ਕਿ ਨਹੀਂ, ਬਚੇਗਾ ਕਿ 1 + 1 2 ਉੱਪਰ ਹੈ, ਠੀਕ ਹੈ। ਆ 1 ਆ ਜਿਹੜਾ 2 ਹੈ ਕਨਸਟੈਂਟ ਹੋਣ ਦੀ ਵਜ੍ਹਾ ਨਾਲ ਇਹਨੂੰ ਅਸੀਂ ਬਾਹਰ ਲੈ ਗਏ 1/2, ਠੀਕ ਹੈ ਨਾ। ਹੁਣ ਇਹਦਾ ਇੰਟੀਗ੍ਰੇਸ਼ਨ ਕਰਾਂਗੇ, ਇੰਟੀਗ੍ਰੇਸ਼ਨ 'ਚ ਹੁਣ ਦੋ ਚੀਜ਼ਾਂ ਦਾ ਜੋੜ ਸੀਗਾ ਤਾਂ ਇਹਦਾ ਇੰਟੀਗ੍ਰੇਸ਼ਨ ਅੱਡ ਪਲੱਸ ਇਹਦਾ ਇੰਟੀਗ੍ਰੇਸ਼ਨ ਅੱਡ ਅਸੀਂ ਕਰਦੇ ਹਾਂ, ਠੀਕ ਹੈ। ਤਾਂ ਆ ਪਹਿਲਾਂ ਤਾਂ ਅਸੀਂ ਇਹਨੂੰ ਪਾਵਰ ਦੀ ਫਾਰਮ 'ਚ ਲਿਖਿਆ, ਕੀ ਕਰਿਆ ਇੱਥੇ ਸਕੁਆਇਰ ਰੂਟ ਨੂੰ ਅਸੀਂ ਪਾਵਰ 1/2 ਪਾਵਰ 1/2 ਲਿਖ ਲਿਆ। ਫਿਰ ਅਸੀਂ ਇਹਨਾਂ ਦਾ ਹੁਣ ਇੰਟੀਗ੍ਰੇਸ਼ਨ ਕਰਾਂਗੇ, ਪਾਵਰ ਫਾਰਮੂਲਾ ਕੀ ਲੱਗੂਗਾ, ax + b ਦੀ ਪਾਵਰ n ਵਾਲਾ ਫਾਰਮੂਲਾ, ਇਹਦੀ ਵੈਲਿਊ ਕੀ ਹੁੰਦੀ ਹੈ ax + b ਦੀ ਪਾਵਰ n + 1/n + 1 ਨਾਲ 2/3 ਇਹਦਾ ਆ ਗਿਆ ਤੇ ਨਾਲ 2 ਹੋਰ ਹੋਣਾ 1/2, ਉਹ ਇੱਥੇ ਕਿੱਥੇ ਲਿਖਿਆ ਨਹੀਂ ਸ਼ਾਇਦ, ਠੀਕ ਹੈ। ਤਾਂ ਕਿਉਂਕਿ ax + b ਹੈ ਤੇ ਇਹਦੇ 'ਚ ਆ ਜਿਹੜਾ ਇਹਦਾ ਕੋਫੀਸ਼ੀਐਂਟ 2 ਸੀਗਾ ਉਹ ਵੀ ਨਾਲ ਆਉਣਾ ਸੀ 2, ਠੀਕ ਹੈ। ਇੱਥੇ ਵੀ ਇਸੇ ਤਰ੍ਹਾਂ ਇਹਦਾ ਕੋਫੀਸ਼ੀਐਂਟ 2 ਨਾਲ ਆਏਗਾ ਤਾਂ 2 ਨਾਲ 2 ਕੈਂਸਲ ਹੋ ਗਿਆ, ਇੱਥੇ ਵੀ 2 ਨਾਲ 2 ਕੈਂਸਲ ਹੋ ਜਾਏਗਾ ਤੇ ਆ 2 ਕੈਂਸਲ ਹੋ ਗਿਆ ਹੇਠਾਂ, ਤਾਂ 1/2 × 1/3 ਰਹਿ 3 ਆ ਬਾਹਰ ਕਾਮਨ ਆ ਗਿਆ, ਠੀਕ ਹੈ ਕਿ ਤਾਂ 1/2 × 1/3 ਇੱਥੇ 1/6 ਹੋ ਗਿਆ, ਠੀਕ ਹੈ। ਤਾਂ ਇਹਦੀ ਪਾਵਰ 3/2 ਪਾਵਰ 3/2 ਇਹ ਆਨਸਰ ਆ ਗਿਆ। ਤਾਂ ਇਹ ਖਾਸ ਗੱਲ ਦਾ ਇਹਦਾ ਖਿਆਲ ਰੱਖਣਾ ਵੀ ਜਿੱਥੇ ਵੀ ax + b ਹੈ ਨਾਲ ਇਹਦਾ x ਦਾ ਕੋਫੀਸ਼ੀਐਂਟ ਡਿਵੀਜ਼ਨ ਦੇ ਵਿੱਚ ਆਉਣਾ ਹੀ ਆਉਣਾ ਹੈ, ਇਹਨੂੰ ਭੁੱਲਣਾ ਨਹੀਂ, ਇਹਨੂੰ ਯਾਦ ਰੱਖਣਾ ਹੈ। ਨੈਕਸਟ ਹੈਗਾ ਸਾਡੇ ਕੋਲ ਐਗਜ਼ਾਮਪਲ 13, ਇਹਦੇ ਆਪਣੇ ਕੋਲ 6 ਪਾਰਟ ਹੈ। ਤਾਂ ਅਸੀਂ ਫਸਟ ਪਾਰਟ ਸ਼ੁਰੂ ਕਰਦੇ ਹਾਂ, ਇੰਟੀਗ੍ਰੇਸ਼ਨ ਆਫ a to the power ax + b, ਇਹਦਾ ਇੰਟੀਗ੍ਰੇਸ਼ਨ ਉਸੇ ਤਰ੍ਹਾਂ a to the power ax + b upon log a ਤੇ ਨਾਲ ਇਹਦੇ ਵਿੱਚੋਂ x ਦਾ ਕੋਫੀਸ਼ੀਐਂਟ 1/3, ਠੀਕ ਹੈ, 1/3 × ਆਸਾ ਪਲੱਸ c, ਠੀਕ ਹੈ। ਇਸੇ ਤਰ੍ਹਾਂ i = ਅੱਗੇ ਹੈਗਾ 1/sin² x + sin² x cos², ਇਹਨੂੰ ਅਸੀਂ ਕੀ ਕਰਿਆ 2 ਨਾਲ 4 ਨਾਲ ਬਲਕਿ ਉੱਪਰ ਥੱਲੇ ਮਲਟੀਪਲਾਈ ਕਰਤਾ, 4 ਨਾਲ ਮਲਟੀਪਲਾਈ ਇੱਥੇ 2 ਦਾ ਸਕੁਆਇਰ 4 ਹੋ ਗਿਆ, 2 ਦੀ ਪਾਵਰ 2 ਹੈ ਬਾਅਦ, ਤਾਂ ਜਦੋਂ ਅਸੀਂ 2 ਨੂੰ ਅੰਦਰ ਲਿਜਾਵਾਂਗੇ ਮਲਟੀਪਲਾਈ ਕਰਾਂਗੇ ਤਾਂ ਇਹਦੀ ਪਾਵਰ 2 ਨਾਲ ਮਲਟੀਪਲਾਈ ਹੋ ਜਾਏਗੀ, ਯਾਨੀ 4 ਨਾਲ ਅਸੀਂ ਉੱਪਰ ਥੱਲੇ ਮਲਟੀਪਲਾਈ ਕਰਤਾ, 4 ਇੱਥੇ ਤੇ 4, ਤਾਂ ਆ ਹੋ ਗਿਆ 2 sin x cos x, 2 sin x cos x ਕੀ ਹੁੰਦਾ sin 2x ਦੀ ਵੈਲਿਊ ਹੈ, sin 2x ਦਾ ਸਕੁਆਇਰ ਹੋ ਗਿਆ, ਯਾਨੀ ਇਹ cos x² x ਹੋ ਗਿਆ ਤੇ cos x² ਦਾ ਇੰਟੀਗ੍ਰੇਸ਼ਨ ਤੁਹਾਨੂੰ cos x² 2x ax + b ਦਾ ਆਹੀ ax + b ਹੋਣਗੇ ਨਾ 2x ਜਿਹੜਾ, ਇਹਦਾ ਇੰਟੀਗ੍ਰੇਸ਼ਨ ਹੋਏਗਾ cot 2x upon ਇਹਦਾ x ਦਾ ਕੋਫੀਸ਼ੀਐਂਟ ਹੇਠਾਂ 2 ਹੋ ਰਿਹਾ, ਤਾਂ 4 ਤੇ 2 ਆਪਸ 'ਚ ਕੈਂਸਲ ਹੋ ਕੇ 2 cot 2x, ਠੀਕ ਹੈ ਨਾ, ਯਾਨੀ ਉਹੀ ਲਾ ਰਹੇ ਹਾਂ ਅਸੀਂ cos x² ax + b, ਇਹਦਾ ਇੰਟੀਗ੍ਰੇਸ਼ਨ ਹੋਏਗਾ cot ax + b ਓਵਰ a, ਠੀਕ ਹੈ ਤਾਂ ਓਵਰ a ਕੀ ਹੈ 2, ਠੀਕ ਹੈ ਨਾ, 2 ਆ ਗਿਆ, 2 ਨਾਲ 4 ਕੈਂਸਲ ਹੋ ਕੇ 2 ਰਹਿ ਗਿਆ, ਠੀਕ। ਨੈਕਸਟ ਦੇਖੋ ਆ ਸਿੱਧਾ ਹੀ cos x ਦਾ ਦਿੱਤਾ ਹੋਇਆ cos x² 3x + 2 cos x² ax + b ਹੈ, ਇਹਦਾ ਇੰਟੀਗ੍ਰੇਸ਼ਨ ਆਏਗਾ cot ax + b ਡਿਵਾਈਡਡ ਬਾਈ a, ਠੀਕ ਹੈ ਕਿ ਨਹੀਂ, ਬਸ c ਮਾਈਨਸ 2, ਠੀਕ ਹੈ ਕਿ। ਨੈਕਸਟ ਹੈਗਾ sin ax + b cos ax + b, ਠੀਕ ਹੈ। ਇਹਨੂੰ ਵੀ ਤੁਸੀਂ ਦੇਖੋ ਕਿਉਂਕਿ ਅੰਦਰ ਐਂਗਲ ਸੇਮ ਹੀ ਹੈ ਤਾਂ 2 ਨਾਲ ਅਸੀਂ ਉੱਪਰ ਥੱਲੇ ਮਲਟੀਪਲਾਈ ਕਰਕੇ sin 2 ਬਣਾ ਲਿਆ, 2θ ਬਣਾਇਆ, sin 2 ax + b, ਇਹ ਹੁਣ ਬਣ ਗਿਆ 2 sin x cos x, ਇਹਦੀ ਵੈਲਿਊ ਹੁੰਦੀ sin 2x, ਠੀਕ ਹੈ ਕਿ, ਤਾਂ sin 2 ax + b ਬਣ ਗਿਆ। ਇਹਦਾ ਇੰਟੀਗ੍ਰੇਸ਼ਨ ਆ ਤਾਂ 1/2, ਪਹਿਲਾਂ ਤਾਂ 2 ਨੂੰ ਅੰਦਰ ਮਲਟੀਪਲਾਈ ਕਰ ਲਓ 2 ax + 2b ਹੋ ਜਾਊਗਾ, ਇਹਦਾ ਇੰਟੀਗ੍ਰੇਸ਼ਨ ਹੋ ਜਾਏਗਾ cos 2 ax + 2b ਨਾਲ ਇਹ ਜਿਹੜਾ x ਦਾ ਕੋਫੀਸ਼ੀਐਂਟ ਆ 2a ਉਹ ਡਿਵਾਈਡ ਹੋਏਗਾ, x ਦਾ ਕੋਫੀਸ਼ੀਐਂਟ 2a ਹੈ ਤਾਂ 2a ਹੇਠਾਂ ਡਿਵਾਈਡ ਹੋ ਜਾਏਗਾ, ਤਾਂ ਇਹਦੇ ਨਾਲ ਬਾਹਰ ਮਲਟੀਪਲਾਈ ਹੋ ਕੇ -4a ਬਣ ਜਾਊਗਾ cos 2a x + b + c/4 ਆ ਜਾਊਗਾ, ਠੀਕ ਹੈ ਨਾ। ਨੈਕਸਟ ਆ ਗਿਆ i = integral of sin 4x upon sin 2x,
ਤਾਂ sin 4x ਨੂੰ ਅਸੀਂ ਕੀ ਲਿਖ ਸਕਦੇ ਹਾਂ 2 sin 2x cos 2x ਆ sin 2x sin 2x ਕੈਂਸਲ ਹੋ ਜਾਊਗਾ 2 cos 2x 2 ਬਾਹਰ ਆ ਜਾਊਗਾ ਕਨਸਟੈਂਟ ਹੋਣ ਦੀ ਵਜ੍ਹਾ ਨਾਲ ਤੇ cos 2x ਦਾ ਇੰਟੀਗ੍ਰੇਸ਼ਨ sin 2x upon 2x ਦਾ ਕੋਐਫੀਸ਼ੀਐਂਟ ਹੋਏਗਾ ਇੱਥੇ ਵੀ 2 ਨਾਲ 2 ਕੈਂਸਲ ਹੋ ਜਾਊਗਾ sin 2x plus c ਆਨਸਰ ਨੈਕਸਟ ਹੈਗਾ sin to the power 8x minus cos to the power 8x 1 minus 2 sin square x cos square x ਠੀਕ ਹੈ ਨਾ ਇਹਦੇ 'ਚ ਅਸੀਂ ਕੀ ਕਰਿਆ ਉੱਪਰ a square minus b square ਵਾਲਾ ਫਾਰਮੂਲਾ a square minus b square ਕਿਵੇਂ ਬਣੇਗਾ ਇਹ ਜਿਹੜਾ sin ਦੀ ਪਾਵਰ 8 ਹੈ ਇਹ ਬਣ ਜਾਊਗਾ sin ਦੀ ਪਾਵਰ 4x ਦਾ ਸਕੁਆਇਰ ਮਾਈਨਸ cos to the power 4x ਦਾ ਸਕੁਆਇਰ ਹੁਣ ਇਹ ਬਣ ਗਿਆ a square minus b square ਇਹਦੀ ਵੈਲਿਊ ਕੀ ਹੋਏਗੀ ਇੱਕ ਵਾਰੀ ਪਲੱਸ ਇੱਕ ਵਾਰੀ ਮਾਈਨਸ ਹੋ ਜਾਏਗਾ ਠੀਕ ਹੈ ਨਾ ਅਪੋਨ ਹੇਠਾਂ ਜਿਹੜਾ 1 ਹੈ ਉਹਨੂੰ ਅਸੀਂ ਲਿਖ ਲਿਆ sin square x plus cos square x ਦਾ ਸਕੁਆਇਰ ਕਿਉਂਕਿ sin square x plus cos square x ਦੀ ਵੈਲਿਊ 1 ਹੁੰਦੀ ਉਹਦਾ ਸਕੁਆਇਰ ਹੈ ਉਹ ਕਿਉਂ ਲਿਖਿਆ ਕਿਉਂਕਿ ਸਾਡੇ ਕੋਲ ਇੱਥੇ 2 sin square x cos square x ਸੀਗਾ ਜਿੱਥੇ sin x cos x ਹੁੰਦਾ ਫਿਰ ਇੱਥੇ ਸਕੁਆਇਰ ਕਰਨੀ ਸਾਨੂੰ ਲੋੜ ਨਹੀਂ ਤਾਂ ਚਲੋ ਅਸੀਂ ਇਹਨੂੰ ਕਰ ਲਿਆ ਤਾਂ ਇਹਦੀ ਵੈਲਿਊ ਇਹਨੂੰ ਖੋਲਾਂਗੇ ਬ੍ਰੈਕਟ ਨੂੰ ਕੀ ਆ ਜਾਏਗਾ sin ਦੀ ਪਾਵਰ 4x plus 2 sin 4x cos 4x ਠੀਕ ਹੈ ਨਾ sin 2x ਹੋਣਾ ਸੀਗਾ ਇੱਥੇ ਪਾਵਰਾਂ ਇੱਥੇ 2 ਹੋਣੀਆਂ ਚਾਹੀਦੀਆਂ ਸੀ ਮਿਸਟੇਕ ਹੈ ਕਰੈਕਟ ਕਰ ਲਓ 2 ਆ ਜਾਏਗਾ ਇੱਥੇ ਵੀ 2 sin square x cos square x ਤੇ cos ਦੀ ਪਾਵਰ 4x ਤੇ minus 2 sin square x cos square x ਹੁਣ ਆ ਜਿਹੜਾ ਪਲੱਸ ਦਾ 2 sin square x cos square x ਹੈ ਇਧਰ ਮਾਈਨਸ ਦਾ ਸੀ ਆਪਸ ਚ ਕੈਂਸਲ ਹੋ ਗਿਆ ਥੱਲੇ ਬਚਿਆ ਕਿ sin to the power 4x plus cos to the power 4x ਹੁਣ ਇਹ ਜਿਹੜਾ ਹੈਗਾ ਇਹ ਉੱਪਰਲੇ ਬ੍ਰੈਕਟ ਨੂੰ ਕੈਂਸਲ ਹੋ ਜਾਏਗਾ ਸਾਡੇ ਕੋਲੇ ਆਹੀ ਬਚੂਗਾ sin ਦੀ ਪਾਵਰ 4x minus cos ਦੀ ਪਾਵਰ 4x ਇਹਦੇ ਚੋਂ ਇਹਨੂੰ ਅਸੀਂ ਲਿਖ ਸਕਦੇ ਹਾਂ sin square x minus cos square x ਤੇ sin square x plus cos square x a square minus b square ਵਾਲਾ ਫਾਰਮੂਲਾ ਇਹਦੀ ਵੈਲਿਊ 1 ਹੁੰਦੀ ਹੈ 1 ਲਿਖ ਲਈ ਤੇ ਆ ਕੀ ਹੈ sin square x minus cos square x ਇਹ cos 2x ਦਾ ਉਲਟਾ ਹੈ cos 2x ਦੀ ਵੈਲਿਊ ਯਾਦ ਕਰੋ ਕੀ ਸੀਗੀ cos 2x ਇਕੁਅਲ ਸੀਗਾ cos square x minus sin square x ਇਹਦੇ ਚ ਕੀ ਹੈ sin square x ਅੱਗੇ ਹੈ cos square ਯਾਨੀ sin ਪੋਜ਼ਿਟਿਵ ਹੈ cos ਨੈਗੇਟਿਵ ਤੇ ਇਹਦੇ ਨੈਗੇਟਿਵ ਦੀ ਵੈਲਿਊ ਹੈ ਯਾਨੀ ਇਹਨੂੰ ਅਸੀਂ ਇਹਦਾ ਉਲਟਾ ਹੈ ਤੇ ਇਹਦੇ ਮਾਈਨਸ ਆਫ cos 2x ਦੀ ਵੈਲਿਊ ਤੇ 1 ਨਾਲ ਦੇ ਨਾਲ ਠੀਕ ਹੈ ਮਾਈਨਸ ਨੂੰ ਬਾਹਰ ਕੱਢ ਲਓ cos 2x ਦਾ ਇੰਟੀਗ੍ਰੇਸ਼ਨ sin 2x by 2 plus c ਠੀਕ ਹੈ ਜੀ ਨੈਕਸਟ ਸਾਡੇ ਕੋਲ ਇੰਟੀਗ੍ਰੇਸ਼ਨ ਆਫ ਸਕੁਆਇਰ ਰੂਟ ਆਫ 1 plus sin x dx x ਦੀ ਵੈਲਿਊ 0 to pi by 2 ਤਾਂ 1 plus sin x ਇਹਨੂੰ ਅਸੀਂ ਪਹਿਲਾਂ ਵੀ ਗਏ 1 ਦੀ ਵੈਲਿਊ ਅਸੀਂ ਪੁੱਟ ਕਰਾਂਗੇ ਇਹ ਤਾਂ ਬਣ ਗਿਆ 2 sin x by 2 cos x by 2 ਉਸੇ ਤਰੀਕੇ ਨਾਲ ਸਾਡੇ ਕੋਲ ਆ ਲੈਣੇ ਪੈਣਗੇ sin square x by 2 plus cos square x by 2 1 ਦੀ ਵੈਲਿਊ ਠੀਕ ਹੈ ਨਾ ਹੁਣ ਇਹ ਕੀ ਬਣ ਗਿਆ a square plus b square plus 2ab ਇਹਦੀ ਵੈਲਿਊ ਹੋਏਗੀ a plus b ਦਾ ਹੋਲ ਸਕੁਆਇਰ ਉੱਪਰ ਸਕੁਆਇਰ ਰੂਟ ਹੈ ਆ ਸਕੁਆਇਰ ਰੂਟ ਤੱਕ ਪਾਇਆ ਹੋਇਆ ਪੂਰਾ ਕਰ ਲੈਣਾ ਅਸੀਂ ਠੀਕ ਹੈ ਨਾ ਤਾਂ ਇਹ ਸਕੁਆਇਰ ਰੂਟ ਤੇ ਸਕੁਆਇਰ ਆਪਸ ਖਤਮ ਹੋ ਕੇ ਕੀ ਰਹਿ ਗਿਆ cos x by 2 plus sin x by 2 ਹੁਣ ਇਹਨਾਂ ਦਾ ਇੰਟੀਗ੍ਰੇਸ਼ਨ ਕਰ ਦੇਣਾ cos x by 2 ਦਾ ਇੰਟੀਗ੍ਰੇਸ਼ਨ sin x by 2 ਹੁਣ x ਦਾ ਕੋਐਫੀਸ਼ੀਐਂਟ ਕੀ ਹੈ 1 by 2 ਉਹ 1 by 2 ਨਾਲ ਮਾਈਨਸ sin x by 2 ਦਾ ਇੰਟੀਗ੍ਰੇਸ਼ਨ cos x by 2 ਤੇ x ਦਾ ਕੋਐਫੀਸ਼ੀਐਂਟ 1 by 2 ਹੇਠ ਡਿਵਾਈਡ ਪਲੱਸ c ਆ 1 by 2 ਉਲਟ ਕੇ ਇਧਰ ਮਲਟੀਪਲਾਈ ਹੋਏਗਾ 2 sin x by 2 minus 2 cos x by 2 plus c ਆਨਸਰ ਆ ਜਾਏਗਾ ਹਾਂਜੀ ਨੈਕਸਟ ਆਪਣੇ ਕੋਲ ਐਗਜ਼ਾਮਪਲ 15 ਇਵੈਲੂਏਟ 8 to the power 1 by x plus 4 to the power 1 minus x upon 2 to the power x dx ਤਾਂ i equals to ਅਸੀਂ ਲੈ ਲੈਣਾ ਜਦੋਂ ਵੀ ਸ਼ੁਰੂ ਕਰਨਾ let i equals to this ਤੇ ਹੁਣ ਜਿਹੜਾ ਉੱਪਰ 8 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 2 ਦੀ ਪਾਵਰ 3 ਤੇ 2 ਦੀ ਪਾਵਰ 3 into ਪਾਵਰ ਦੇ ਉੱਤੇ ਪਾਵਰ ਆ ਤੇ ਪਾਵਰਾਂ ਮਲਟੀਪਲਾਈ ਹੁੰਦੇ 3 into 1 plus x ਮਿਲੇਗਾ ਆ 2 ਦੀ ਪਾਵਰ 2 ਹੈ ਤੇ ਉਹਦੀ ਗਾਂ ਉੱਤੇ ਪਾਵਰ 1 minus x ਹੋ ਰਿਹਾ ਤਾਂ ਇਹ ਉੱਪਰ ਜਿਹੜੀਆਂ ਦੋਨੋਂ ਪਾਵਰਸ ਨੇ 2 ਤੇ 1 minus x ਮਲਟੀਪਲਾਈ ਹੁੰਦੇ ਇਹਨਾਂ ਨੂੰ ਮਲਟੀਪਲਾਈ ਕਰ ਦਿਓ 3x 3 plus 3x ਹੋ ਜਾਏਗਾ ਆ 2 minus 2x ਹੋ ਜਾਏਗਾ upon 2 ਦੀ ਪਾਵਰ x ਹੋ ਜਾਏਗਾ ਆ ਹੁਣ ਉੱਪਰ ਇਹਨਾਂ ਦੋਵਾਂ ਦੇ ਹੇਠਾਂ ਨੂੰ ਅੱਡ ਕਰ ਦਈਏ ਅੱਡ ਕਰਾਂਗੇ ਤਾਂ ਜਿਹੜੀ 2 ਦੀਆਂ ਪਾਵਰ ਆਈਆਂ ਸਾਰੀਆਂ ਆ ਵੀ 2 ਦੀ ਪਾਵਰ ਨੂੰ ਅਸੀਂ ਕਿਸੇ ਦੂਸਰੇ 2 ਦੀ ਪਾਵਰ ਨਾਲ ਡਿਵਾਈਡ ਕਰ ਰਹੇ ਹਾਂ ਤਾਂ ਹੇਠਲੀ ਜਿਹੜੀ ਪਾਵਰ ਹੈ ਉੱਪਰਲੀ ਪਾਵਰ ਚੋਂ ਮਾਈਨਸ ਹੋ ਜਾਏਗੀ ਤਾਂ ਉੱਪਰ ਪਾਵਰ ਸੀਗੀ ਸਾਡੇ ਕੋਲੇ
3 + 3x ਹੇਠਲੀ ਪਾਵਰ ਮਾਈਨਸ ਹੋ ਕੇ -x ਹੋ ਜਾਏਗੀ। ਇਸੇ ਤਰ੍ਹਾਂ ਆ 2 - 2x ਸੀ, ਇੱਕ ਪਾਵਰ ਹੋਰ ਜਾ ਕੇ ਮਾਈਨਸ ਹੋ ਜਾਏਗੀ -3x। ਹੁਣ ਆ ਸਾਡੇ ਕੋਲ ਕੁਐਸਚਨ ਬਣ ਗਿਆ 2 ਦੀ ਪਾਵਰ 3 + 2x ਐਂਡ 2 ਟੂ ਦਾ ਪਾਵਰ 2 - 3x। ਹੁਣ ਇਹਦਾ ਇੰਟੀਗ੍ਰੇਸ਼ਨ ਦੇਖੋ, a ਦੀ ਪਾਵਰ bx + c ਵਾਲਾ ਫਾਰਮੂਲਾ, a ਦੀ ਪਾਵਰ bx + c, a ਦੀ ਪਾਵਰ bx + c, a ਦੀ ਪਾਵਰ ਜੋ ਹੈਗੀ ਆ ਅਪੋਨ log a ਯਾਨੀ log 2 ਹੋ ਗਿਆ, ਤੇ ਨਾਲ x ਦਾ ਕੋਫੀਸ਼ੀਐਂਟ ਆ ਜਾਊਗਾ। ਇਸੇ ਤਰੀਕੇ ਨਾਲ 2 ਦੀ ਪਾਵਰ ਇੱਥੇ a ਦੀ ਪਾਵਰ 2 - 3x ਸੀ, ਤਾਂ ਇਹ ਇਹੀ ਰਹੂਗਾ, ਨਾਲ ਆ ਜਾਊਗਾ ਹੇਠਾਂ log 2 ਤੇ ਇਹਦਾ ਵਿੱਚੋਂ x ਦਾ ਕੋਫੀਸ਼ੀਐਂਟ -3 ਹੇਠਾਂ ਇਕੁਅਲ ਟੂ c +c। ਠੀਕ ਹੈ, ਤਾਂ ਹੁਣ ਇਹਦਾ ਇਹ ਆਨਸਰ ਆ ਗਿਆ ਤਕਰੀਬਨ। ਆ ਬਸ ਮਾਈਨਸ ਨੂੰ ਇੱਥੇ ਲੈ ਜਾਓ, ਬਾਕੀ ਤਾਂ ਸਾਰਾ ਠੀਕ ਹੀ ਆ, ਆਨਸਰ ਹੀ। ਠੀਕ ਹੈ, ਨੈਕਸਟ ਆ ਸਾਡੇ ਕੋਲੇ 1 + cos x / 1 - cos x dx ਤੇ 1 + cos x 1 - cos x ਵਾਲਾ ਉਹੀ ਫਾਰਮੂਲਾ ਜਿਹੜਾ ਅਸੀਂ ਬਹੁਤ ਚਿਰਾਂ ਤੋਂ ਲਗਾਤਾਰ ਯੂਜ਼ ਕਰਦੇ ਆ ਰਹੇ ਹਾਂ, ਉਹੀ 1 + cos 2x 1 - cos 2x ਕਦੇ ਇੱਕ ਹੁੰਦਾ 1+ ਵਾਲਾ ਹੁੰਦਾ 2 cos² ਥੀਟਾ, ਹੇਠਾਂ ਹੁੰਦਾ 2 sin² x ਹੁੰਦਾ, ਜਾਂ ਥੀਟਾ ਕਹਿ ਲਓ x। ਤਾਂ ਇੱਥੇ ਕਿਉਂਕਿ x ਹੈ ਤਾਂ x/2 ਹੋ ਜਾਏਗਾ, 2 cos² x/2 2 sin² x/2, 2 ਨਾਲ 2 ਕੈਂਸਲ ਹੋ ਜਾਊਗਾ, ਇਹ ਬਚੂਗਾ cos² ਬਟਾ sin² ਹੋ ਜਾਊਗਾ cot² x/2। ਠੀਕ ਹੈ, ਤਾਂ cot² x/2, cot² x/2 ਦਾ ਨੂੰ ਅਸੀਂ ਕੀ ਲਿਖ ਸਕਦੇ ਹਾਂ, ਤੁਹਾਨੂੰ ਪਹਿਲਾਂ ਹੀ ਆਪਾਂ ਡਿਸਕਸ ਕੀਤਾ, ਕਈ ਕੱਲ੍ਹ ਵੀ ਕੀਤਾ ਸੀ, ਅੱਜ ਵੀ tan ਇਨਵਰਸ ਹੋਵੇ, tan² ਹੋਵੇ ਜਾਂ cot² ਹੋਵੇ, ਤਾਂ ਇਹਨੂੰ ਅਸੀਂ cosec 'ਚ ਬਦਲ ਲੈਂਦੇ ਹਮੇਸ਼ਾ। tan ਨੂੰ sec 'ਚ ਬਦਲ ਲੈਂਦੇ ਹੁੰਦੇ ਹਾਂ, cot ਨੂੰ ਅਸੀਂ cosec 'ਚ। cosec² x/2 - 1 ਹੋ ਗਿਆ, ਤੇ cosec² ਦਾ ਇੰਟੀਗ੍ਰੇਸ਼ਨ ਹੁੰਦਾ cot। ਠੀਕ ਹੈ ਕਿ ਨਹੀਂ, ਤੇ ਹੇਠਾਂ ਆ ਜਾਊਗਾ x ਦਾ ਕੋਫੀਸ਼ੀਐਂਟ 1/2 ਤੇ -1 ਦਾ ਇੰਟੀਗ੍ਰੇਸ਼ਨ x। ਠੀਕ ਹੈ, ਤਾਂ -cot x/2 / 1/2 -x + c, ਆ 2 ਉੱਪਰ ਜਾ ਕੇ ਮਲਟੀਪਲਾਈ ਹੋ ਜਾਏਗਾ। ਠੀਕ ਹੈ ਨਾ, ਆ ਇਹਦੇ ਨਾਲ ਰਿਲੇਟਡ ਕੁਝ ਐਕਸਰਸਾਈਜ਼ ਤੁਹਾਨੂੰ ਦਿੱਤੀ ਹੋਈ ਹੈ, ਕੁਐਸਚਨ ਦਿੱਤੇ ਆ 11, ਇਹਨਾਂ ਨੂੰ ਟਰਾਈ ਕਰਿਓ, ਨਾਲ ਇਹਨਾਂ ਦੇ ਆਨਸਰ ਦਿੱਤੇ ਹੋਏ ਨੇ। ਤਾਂ ਇਹਨਾਂ ਦੇ ਨਾਲ ਦੇ ਆਈ ਥਿੰਕ ਆਪਾਂ ਸਾਰੇ ਕੁਐਸਚਨਸ ਵੀ ਡਿਸਕਸ ਕਰਕੇ ਤਕਰੀਬਨ ਹਰ ਇੱਕ ਕੁਐਸਚਨ ਦੇ ਨਾਲ ਦੇ ਕਰਿਆ ਹੋਏਗਾ। ਠੀਕ ਹੈ, ਸੋ ਇਹਨੂੰ ਟਰਾਈ ਕਰਿਓ ਤੇ ਸਵਾਲ ਕਰਕੇ ਦੇਖਿਓ, ਤੇ ਆਈ ਥਿੰਕ ਤੁਹਾਨੂੰ ਇਹ ਜਿਹੜਾ ਹੈਗਾ ਟੌਪਿਕ ਪੂਰੀ ਤਰ੍ਹਾਂ ਕਲੀਅਰ ਹੋ ਜਾਏਗਾ।